ਡਾਕਟਰਾਂ ਦੇ ਦਿਲ ਬੜੇ ਸਖਤ ਹੁੰਦੇ ਨੇ, ਲੇਕਿਨ ਜਵਾਨ ਮੁੰਡੇ ਨੂੰ ਆਪਣੇ ਹਸਪਤਾਲ 'ਚ ਤੱਕ ਕੇ ਤੇ ਡਾਕਟਰ ਦੀਆਂ ਵੀ ਅੱਖਾਂ 'ਚ ਅਥਰੂ ਆ ਗਏ। ਆ ਕੇ ਉਹਦੇ ਵਾਲਿदैन ਕੋਲ ਪੁੱਛਿਆ ਕਿ ਤੁਹਾਡੇ ਮੁੰਡੇ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਿਉਂ ਕੀਤੀ ਹੈ। ਉਹਨਾਂ ਆਖਿਆ ਡਾਕਟਰ ਸਾਹਿਬ ਸਾਨੂੰ ਨਹੀਂ ਪਤਾ ਕਿ ਇਹਨੇ ਕਿਉਂ ਕੋਸ਼ਿਸ਼ ਕੀਤੀ। ਉਹਨਾਂ ਆਖਿਆ ਕਿਸ ਤਰ੍ਹਾਂ ਹੋ ਸਕਦਾ ਕਿ ਤੁਹਾਨੂੰ ਨਾ ਪਤਾ ਹੋਵੇ, ਤੁਸੀਂ ਉਹਦੇ ਵਾਲਿदैन ਹੋ, ਕੋਈ ਨਾ ਕੋਈ ਉਹਨੇ ਗੱਲ ਤੁਹਾਡੇ ਨਾਲ ਸ਼ੇਅਰ ਕੀਤੀ ਹੋਣੀ ਹੈ। ਡਾਕਟਰ ਸਾਹਿਬ ਸਾਨੂੰ ਨਹੀਂ ਪਤਾ, ਨਾ ਹੀ ਉਹਨੇ ਸਾਡੇ ਨਾਲ ਕੋਈ ਗੱਲ ਸ਼ੇਅਰ ਕੀਤੀ ਹੈ। ਰਾਤੀ 12 ਵਜੇ ਇਹਦੇ ਕਮਰੇ ਦੀ ਲਾਈਟ ਆਨ ਹੋਈ ਹੈ ਤੇ ਅਸੀਂ ਬਾਹਰ ਵਿਹੜੇ 'ਚ ਹੀ ਸੁੱਤੇ ਸਾਂ ਤੇ ਇਹਦੀ ਵਾਲਦਾ ਦੀ ਅੱਖ ਖੁੱਲ ਗਈ ਆ। ਆਪਣੇ ਕਮਰੇ ਦਾ ਉਹਨੇ ਦਰਵਾਜ਼ਾ ਖੋਲ੍ਹਿਆ, ਆ ਕੇ ਆਪਣੀ ਵਾਲਦਾ ਦੇ ਪੈਰ ਚੁੰਮੇ ਨੇ ਤੇ ਮੇਰੇ ਪੈਰਾਂ ਨੂੰ ਵੀ ਹੱਥ ਲਾਇਆ, ਫਿਰ ਕਮਰੇ ਟੁਰ ਗਿਆ ਤੇ ਇਹਦੀ ਵਾਲਦਾ ਉੱਠੀ ਹੈ, ਮੈਨੂੰ ਠਾਲ ਕੇ ਕਹਿੰਦੀ ਹੈ ਕਿ ਇਸ ਤਰ੍ਹਾਂ ਮੁੰਡਾ ਬਾਹਰ ਆਇਆ ਸੀ, ਮੇਰੇ ਪੈਰਾਂ ਨੂੰ ਪਿਆਰ ਦਿੱਤਾ ਤੇ ਤੁਹਾਡੇ ਪੈਰਾਂ ਨੂੰ ਹੱਥ ਲਾਇਆ ਸੂ ਤੇ ਫਿਰ ਕਮਰੇ ਟੁਰ ਗਿਆ। ਜ਼ਰੂਰ ਮੁੰਡਾ ਪਰੇਸ਼ਾਨ ਹੈ, ਕੋਈ ਨਾ ਕੋਈ ਉਹਨੂੰ ਪ੍ਰੋਬਲਮ ਹੈ। ਕਹਿੰਦਾ ਮੈਂ ਕਿਹਾ ਸਬਰ ਕਰ ਜਾ, 15-20 ਮਿੰਟ ਇੰਤਜ਼ਾਰ ਕਰ, ਜੇ ਉਹਦੇ ਕਮਰੇ ਦੀ ਲਾਈਟ ਨਾ ਬੰਦ ਹੋਈ ਤੇ ਫਿਰ ਮੈਂ ਜਾ ਕੇ ਕਮਰੇ ਦੇਖਣਾ ਕਿ ਕੀ ਮਸਲਾ ਸੂ। ਕਹਿੰਦਾ ਜਿਸ ਵੇਲੇ 15-20 ਮਿੰਟ ਗੁਜ਼ਰੇ ਨੇ, ਮੈਂ ਜਾ ਕੇ ਇਹਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਤੇ ਇਹਨੇ ਦਰਵਾਜ਼ਾ ਕੋਈ ਨਹੀਂ ਖੋਲਿਆ। ਫਿਰ ਧੱਕੇ ਵੀ ਢੇਰ ਮਾਰੇ ਨੇ, ਦਰਵਾਜ਼ਾ ਮੇਰੇ ਕੋਲ ਨਹੀਂ ਖੁੱਲਿਆ, ਦਰਵਾਜ਼ਾ ਸੀ ਲੋਹੇ ਦਾ। ਫਿਰ ਹੋਰ ਜ਼ਿਆਦਾ ਪਰੇਸ਼ਾਨੀ ਹੋ ਗਈ ਤੇ ਵਾਲਦਾ ਜਿਹੜੀ ਹੈ ਜ਼ੋਰ-ਜ਼ੋਰ ਦਾ ਰੋਣ ਲੱਗ ਪਈ। ਮੈਂ ਕਿਹਾ ਸਬਰ ਕਰ ਜਾ, ਮੈਂ ਕਿਸੇ ਆਂਢੀ ਗੁਆਂਢੀ ਨੂੰ ਬੁਲਾ ਕੇ ਲਿਆਉਣਾ, ਫਿਰ ਰਲ ਕੇ ਦਰਵਾਜ਼ਾ ਖੋਲ੍ਹਨੇ ਆ। ਕਹਿੰਦਾ ਉਹਨਾਂ ਨੂੰ ਜਾ ਕੇ ਰਾਤੀ ਠਾਲਿਆ ਤੇ ਫਿਰ ਉਹ ਦੋ ਬੰਦੇ ਰਲੇ, ਫਿਰ ਅਸੀਂ ਬੜੀ ਮੁਸ਼ਕਿਲ ਨਾਲ ਜਿਹੜਾ ਦਰਵਾਜ਼ਾ ਤੋੜਿਆ ਲੋਹੇ ਦਾ। ਅੰਦਰ ਜਾ ਕੇ ਦੇਖਿਆ ਤੇ ਮੁੰਡਾ ਸਾਡਾ ਟੇਬਲ ਤੇ ਜਿਹੜਾ ਬੇਹੋਸ਼ ਪਿਆ ਸੀ, ਉਹਦੇ ਕੋਲ ਜਿਹੜਾ ਗੋਲੀਆਂ ਵਾਲੀ ਇੱਕ ਡੱਬੀ ਪਈ ਸੀ। ਸਾਰਿਆਂ ਰਲ ਮਿਲ ਕੇ ਤੇ ਉਹਨੂੰ ਹਸਪਤਾਲ ਇੱਥੇ ਤੁਹਾਡੇ ਲਿਆਂਦਾ ਤੇ ਅੱਗੂ ਜਿਹੜਾ ਇਹ ਸਾਨੂੰ ਕੋਈ ਨਹੀਂ ਪਤਾ ਕਿ ਇਹਨੇ ਖੁਦਕੁਸ਼ੀ ਕਿਉਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਡਾਕਟਰ ਨੇ ਆਖਿਆ ਨਾ ਫਿਕਰ ਕਰੋ, ਜੋ ਇਹ ਮੁੰਡੇ ਨੂੰ ਹੋਸ਼ ਆਉਂਦੀ ਹੈ ਤੇ ਉਹਦੇ ਕੋਲ ਪੁੱਛ ਲੈਂਦੇ ਆ ਉਹਨੂੰ ਕੀ ਮਸਲਾ ਹੈ। ਲੇਕਿਨ ਮੇਰੇ ਵਾਸਤੇ ਬੜੀ ਹੈਰਾਨਗੀ ਦੀ ਗੱਲ ਹੈ ਕਿ ਤੁਹਾਨੂੰ ਨਹੀਂ ਪਤਾ ਕਿ ਉਹਨੇ ਕਿਉਂ ਕੋਸ਼ਿਸ਼ ਕੀਤੀ ਹੈ। ਕਹਿੰਦੇ ਜਿਸ ਵੇਲੇ ਉਹਨੂੰ ਮੁੰਡੇ ਨੂੰ ਹੋਸ਼ ਆਈ ਹੈ, ਡਾਕਟਰ ਕੋਲ ਆ ਕੇ ਬਹਿ ਗਿਆ। ਉਹਨੇ ਆਖਿਆ ਬੇਟਾ ਇਸ ਹਸਪਤਾਲ 'ਚ ਬੜੇ ਮਰੀਜ਼ ਆਏ ਨੇ, ਬੜੇ ਫੌਤ ਵੀ ਹੋਏ ਨੇ, ਬੜਿਆਂ ਦੇ ਮੈਂ ਆਪਰੇਸ਼ਨ ਵੀ ਕੀਤੇ ਨੇ, ਮੈਨੂੰ ਇੱਕ ਦਿਨ ਵੀ ਇੰਜ ਨਹੀਂ ਲੱਗਾ ਕਿ ਮੇਰਾ ਦਿਲ ਤੇ ਕੋਈ ਦਰਦ ਹੋਇਆ ਜਾਂ ਮੇਰੀਆਂ ਅੱਖਾਂ 'ਚ ਅਥਰੂ ਆਏ ਨੇ। ਜਿਸ ਵੇਲੇ ਤੂੰ ਆਏ, ਤੂੰ ਬੜੇ ਸੋਹਣਾ ਜਵਾਨ ਹੈ, ਮੈਂ ਤੈਨੂੰ ਤੱਕ ਕੇ ਪਰੇਸ਼ਾਨ ਹੋ ਗਿਆ ਤੇ ਮੇਰੀਆਂ ਅੱਖਾਂ 'ਚ ਅਥਰੂ ਆ ਗਏ ਨੇ। ਮੇਰਾ ਕੋਈ ਬੇਟਾ ਵੀ ਨਹੀਂ ਹੈ, ਇੱਕ ਮੇਰੀ ਬੇਟੀ ਹੈ, ਤੇ ਤੂੰ ਕਿਉਂ ਇਹ ਬੇਵਕੂਫੀ ਕੀਤੀ ਹੈ ਖੁਦਕੁਸ਼ੀ ਕਰਨ ਦੀ, ਜ਼ਰਾ ਮੈਨੂੰ ਦੱਸਦੇ ਸਹੀ। ਉਹਨੇ ਆਖਿਆ ਜੀ ਮੈਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਡਾਕਟਰ ਨੇ ਆਖਿਆ ਇਹ ਤੂੰ ਜਿਹੜਾ ਗੋਲੀਆਂ ਖਾਧੀਆਂ ਨੇ, ਤੂੰ ਮਰਨ ਦੀ ਕੋਸ਼ਿਸ਼ ਕੀਤੀ ਹੈ, ਤੂੰ ਸਾਜ਼-ਸਾਜ਼ ਦੱਸ ਤੈਨੂੰ ਮਸਲਾ ਕੀ ਹੈ। ਉਹਨੇ ਆਖਿਆ ਜੀ ਮੈਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਕੋਈ ਡਾਕਟਰ ਨੇ ਉਹਦੇ ਵਾਲਦ ਨੂੰ ਸਾਈਡ ਤੇ ਖੜ ਕੇ ਕਹਿੰਦਾ ਜੀ ਹੁਣ ਮੁੰਡਾ ਤੁਹਾਡਾ ਨਹੀਂ ਮੰਨਦਾ ਪਿਆ, ਤੁਸੀਂ ਫਿਕਰ ਨਾ ਕਰੋ, ਆਰਾਮ ਸਕੂਨ ਨਾਲ ਘਰ ਜਾ ਕੇ ਇਹਦੇ ਕੋਲ ਪੁੱਛਿਓ, ਲੇਕਿਨ ਇਹਦਾ ਹੁਣ ਵਸਾ ਨਾ ਖਾਇਓ ਕੋਈ 5-7 ਦਿਨ, ਜਿਤਨੀ ਦੇਰ ਤੱਕ ਇਹਦਾ ਦਿਮਾਗ ਠਿਕਾਣੇ ਨਹੀਂ ਆਉਂਦਾ। ਉਹਨੇ ਆਖਿਆ ਠੀਕ ਹੈ ਡਾਕਟਰ ਸਾਹਿਬ, ਜਿਸ ਵੇਲੇ ਅਸੀਂ ਘਰ ਖੜਾਂਗੇ ਅਸੀਂ ਦੇ ਅੱਗੇ ਪਿੱਛੇ ਹੀ ਰਵਾਂਗੇ। ਉਹ ਜਨਾਬ ਇਸ ਤਰ੍ਹਾਂ ਜਿਸ ਵੇਲੇ ਘਰ ਲੈ ਕੇ ਵਾਲਦਾ ਉਹਦਾ ਹੱਥ ਫੜ ਕੇ ਚੁੰਮ ਕੇ ਰੋਣ ਲੱਗ ਪਈ। ਉਹਨੇ ਆਖਿਆ ਬੇਟਾ ਦੱਸ, ਤੂੰ ਸਾਡਾ ਕੱਲਾ ਕੱਲਾ ਪੁੱਤਰ ਹੈ, ਸਾਡੇ ਕੋਲ ਕੋਈ ਗਲਤੀ ਹੋ ਗਈ ਹੈ ਜਾਂ ਅਸਾਂ ਕੋਈ ਗੁਸਤਾਹੀ ਕੀਤੀ ਹੈ ਜਾਂ ਅਸਾਂ ਤੈਨੂੰ ਝਿੜਕਿਆ, ਕੋਈ ਮਸਲਾ ਤੇ ਤੂੰ ਸਾਨੂੰ ਦੱਸ। ਉਹਨੇ ਆਖਿਆ ਨਹੀਂ ਅੰਮੀ ਤੁਹਾਡੇ ਕੋਲ ਕੋਈ ਮਸਲਾ ਨਹੀਂ ਹੋਇਆ, ਕੋਈ ਪਰੇਸ਼ਾਨੀ। ਉਹਨੇ ਆਖਿਆ ਨਹੀਂ ਬੇਟਾ ਕੋਈ ਨਾ ਕੋਈ ਤਾਂ ਗੱਲ ਹੈ ਜਿਸ ਵਜ੍ਹਾ ਤੂੰ ਐਡਾ ਵੱਡਾ ਕਦਮ ਚੁੱਕਿਆ, ਸਾਨੂੰ ਦੱਸ, ਜੇ ਕਿਸੇ ਕੋਲ ਪੈਸੇ ਲੈ ਨਹੀਂ ਜਾਂ ਕੋਈ ਮਸਲਾ ਬਣ ਗਿਆ ਤੂੰ ਸ਼ੇਅਰ ਤੇ ਕਰ ਸਾਡੇ। ਉਹਨੇ ਆਖਿਆ ਨਹੀਂ ਅੰਮੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਉਹਨੇ ਬਹਰਾਲ ਨਾ ਆਪਣੇ ਵਾਲਦੈਨ ਨੂੰ ਵੀ ਉਹ ਗੱਲ ਕੋ ਨਾ ਦੱਸੀ। ਅੱਗੋਂ ਰਾਤ ਜਿਸ ਵੇਲੇ ਗੁਜ਼ਰ ਗਈ, ਸੁਬਾਹ ਜਿਸ ਵੇਲੇ ਵਾਲਦਾ ਨਾਸ਼ਤਾ ਲੈ ਕੇ ਆਈ ਤੇ ਇਤਨੀ ਦੇਰ ਨੂੰ ਪੁਲਿਸ ਵੀ ਅੰਦਰ ਆ ਗਈ। ਜੋ ਹੀ ਪੁਲਿਸ ਅੰਦਰ ਆਈ ਹੈ, ਆ ਕੇ ਉਹਦੇ ਗਲਮੇ ਤੋਂ ਫੜ ਕੇ ਨਾਲ ਹੀ ਉਹਨੂੰ ਹੱਥ-ਖੜੀਆਂ ਲਾ ਲੀਆਂ। ਵਾਲਦਾ ਰੋਣ ਲੱਗ ਪਈ ਕਿ ਮੇਰੇ ਮੁੰਡੇ ਨੂੰ ਕਿਉਂ ਤੁਸੀਂ ਹੱਥ-ਖੜੀਆਂ ਲਾਉਣ ਲੱਗ ਪਏ ਹੋ, ਅੱਗੇ ਇਹਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਬੜੀ ਮੁਸ਼ਕਲ ਨਾਲ ਬਚਿਆ, ਇਹ ਤੇ ਮਰ ਚੱਲਾ ਸੀ। ਉਹਨੇ ਆਖਿਆ ਅਸੀਂ ਆਪੇ ਨੂੰ ਖੁਦਕੁਸ਼ੀ ਕਰਾ ਲੈਂਦੇ ਹਾਂ, ਇੱਕ ਵਾਰੀ ਸਾਡੇ ਨਾਲ ਥਾਣੇ। ਉਹਨੇ ਕਿਹਾ ਦੱਸੋ ਤੇ ਸਹੀ ਵਜ੍ਹਾ ਕੀ ਬਣੀ ਹੈ। ਉਹਨਾਂ ਜਨਾਬ ਨਾਲ ਹੀ ਗੱਡੀ ਖਲਾਈ ਸੀ, ਚੁੱਕ ਕੇ ਗੱਡੀ 'ਚ ਸੱਟਿਆ। ਵਾਲਦਾ ਰੋਂਦੀ ਰਹੀ, ਮਗਰ ਵਾਲਦ ਨੂੰ ਪਤਾ ਲੱਗਾ, ਉਹ ਵੀ ਪਰੇਸ਼ਾਨ ਹੋ ਗਿਆ ਕਿ ਮਸਲਾ ਕੀ ਬਣਿਆ। ਉਹ ਜਨਾਬ ਅੱਗੇ ਪਿੱਛੇ ਮੁਹੱਲਿਆਂ ਨਾਲ ਗੱਲ ਕੀਤੀ। ਉਹਨਾਂ ਕਿਹਾ ਫਿਕਰ ਨਾ ਕਰੋ, ਇਹਨੂੰ ਥਾਣੇ ਪਹੁੰਚ ਲੈਣ ਦਿਓ, ਆਪੇ ਸਾਰੀ ਗੱਲ ਦਾ ਪਤਾ ਲੱਗ ਜਾਏਗਾ। ਉਹ ਜਿਹੜਾ ਪਿੰਡ ਦਾ ਚੰਗਾ ਮੋਤਬਰ ਬੰਦਾ ਸੀ, ਉਹਦੇ ਨਾਲ ਜਾ ਕੇ ਗੱਲ ਕੀਤੀ ਕਿ ਤੁਸੀਂ ਸਾਡੇ ਨਾਲ ਚੱਲੋ, ਜਾ ਕੇ ਗੱਲਬਾਤ ਕਰੋ। ਉਹਨੇ ਆਖਿਆ ਨਹੀਂ ਤੁਸੀਂ ਇੱਕ ਵਾਰੀ ਥਾਣੇ ਚੱਕਰ ਲਾਵੋ, ਗੱਲਬਾਤ ਪੁੱਛਾਵੋ, ਆ ਕੇ ਮੈਨੂੰ ਦੱਸਿਓ ਤੇ ਫਿਰ ਮੈਂ ਮਸਲੇ ਦਾ ਹੱਲ ਕੱਢਣਾ। ਉਹ 2-4 ਬੰਦੇ ਗਏ ਥਾਣੇ, ਜਾ ਕੇ ਉੱਥੇ ਪਤਾ ਕੀਤਾ ਵੀ ਅਸੀਂ ਆਪਣੇ ਬੱਚੇ ਨੂੰ ਮਿਲਣਾ, ਨਾਲੇ SHO ਨੂੰ ਮਿਲਣਾ। ਉਹਨਾਂ ਕਹਿੰਦੀ SHO ਤੇ ਦੌਰੇ ਤੇ ਨਿਕਲ ਗਏ ਨੇ, ਫਿਰ ਉਹ ਸ਼ਾਮੀ ਆਉਣਗੇ ਤੇ ਲੇਕਿਨ ਤੁਸੀਂ ਆਪਣੇ ਬੱਚੇ ਨੂੰ ਨਹੀਂ ਮਿਲ ਸਕਦੇ ਕਿਉਂਕਿ SHO ਨੇ ਮਨਾ ਕੀਤੀ ਹੈ। ਸ਼ਾਮੀ ਉਹ ਆਉਣਗੇ ਤੇ ਫਿਰ ਆ ਕੇ ਗੱਲ ਕਰਨਾ। ਆਖਿਆ ਕੋਈ ਵਜ੍ਹਾ ਤੇ ਹੋਣੀ ਹੈ, ਮੁੰਡੇ ਸਾਡੇ ਨੂੰ ਫੜਿਆ ਕਿ। ਉਹਨੇ ਆਖਿਆ ਮੈਂ ਕੋਈ ਨਹੀਂ ਦੱਸ ਸਕਦਾ। ਸਿਪਾਹੀ ਨੇ ਆਖਿਆ ਇਹ ਤੁਸੀਂ ਜਿਹੜਾ ਨਾ SHO ਸਾਹਿਬ ਨਾਲ ਹੀ ਗੱਲ ਕਰਿਓ। ਉਹ ਪੂਰੀ ਦਿਹਾੜੀ ਉੱਥੇ ਬਾਹਰ ਹੀ ਬੈਠੇ ਰਹੇ। ਜਿਸ ਵੇਲੇ ਸ਼ਾਮੀ SHO ਆਇਆ ਤੇ ਉਹਨਾਂ ਆਖਿਆ ਕਿ ਅਸਾਂ ਤੁਹਾਨੂੰ ਮਿਲਣਾ। ਉਹਨਾਂ ਆਖਿਆ ਠੀਕ ਹੈ, ਇਹਨਾਂ ਨੂੰ ਅੰਦਰ ਟੋਰੋ। ਜਿਸ ਵੇਲੇ ਅੰਦਰ ਗਏ, ਉਹਨਾਂ ਆਖਿਆ ਜੀ ਇਸ ਤਰ੍ਹਾਂ ਸਾਡੇ ਮੁੰਡੇ ਨੂੰ ਦੱਸੋ ਕਿ ਉਹਨੇ ਕੀਤਾ ਕੀ ਹੈ। ਉਹਨਾਂ ਆਖਿਆ ਤੁਹਾਨੂੰ ਨਹੀਂ ਪਤਾ ਤੁਹਾਡੇ ਮੁੰਡੇ ਨੇ ਕੀ ਕੀਤਾ, ਕਿੰਨਾ ਵਾਰਾ ਵੈ। ਉਹਨਾਂ ਆਖਿਆ ਸਾਨੂੰ ਨਹੀਂ ਪਤਾ, ਸਾਨੂੰ ਤੁਸੀਂ ਦੱਸੋ ਕਿ ਮਸਲਾ ਕੀ ਹੈ।
ਉਹਨਾਂ ਆਖਿਆ ਜੀ ਤੁਹਾਡੇ ਮੁੰਡੇ ਨੇ ਇੱਕ ਕੁੜੀ ਕਾਲਜ ਦੀ ਉਹ ਅਗਵਾ ਕੀਤੀ ਹੈ। ਉਹਨਾਂ ਆਖਿਆ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਕੁੜੀ ਉਹਨੇ ਅਗਵਾ ਕੀਤੀ ਹੋਵੇ। ਉਹਨਾਂ ਆਖਿਆ ਨਹੀਂ 3 ਦਿਨ ਤੋਂ ਉਹ ਕੁੜੀ ਲਾਪਤਾ ਵੈ, ਉਹਦੀ ਕੋਈ ਖਬਰ ਵੀ ਨਹੀਂ ਹੈ। ਤੁਹਾਡਾ ਮੁੰਡਾ ਜਿਹੜਾ ਕੈਮਰੇ ਵਿੱਚ ਆਇਆ ਉਹਨਾਂ ਮੁੰਡਿਆਂ ਨਾਲ ਜਿਨ੍ਹਾਂ ਨੇ ਕੁੜੀ ਚੁੱਕੀ ਹੈ। ਉਹਨਾਂ ਆਖਿਆ ਨਹੀਂ ਜੀ ਸਾਡਾ ਮੁੰਡਾ ਇਸ ਤਰ੍ਹਾਂ ਨਹੀਂ ਕਰ ਸਕਦਾ। ਉਹ ਬਹਰਹਾਲ ਇਸ ਤਰ੍ਹਾਂ ਹੋਇਆ ਕਿ ਅੱਗੂ ਜਿਹੜਾ ਨਾ ਉਹਨਾਂ ਜਾ ਕੇ ਮੁੰਡੇ ਨੂੰ ਪੁੱਛਿਆ ਕਿ ਤੂੰ ਦੱਸ ਕਿ ਤੂੰ ਵਾਕਈ ਇਸ ਤਰ੍ਹਾਂ ਦਾ ਕੰਮ ਕੀਤਾ। ਉਹਨੇ ਆਖਿਆ ਨਹੀਂ ਕਸਮ ਵਾਲੀ ਗੱਲ ਹੈ ਅੰਮੀ ਮੈਂ ਇਸ ਤਰ੍ਹਾਂ ਦਾ ਕੰਮ ਨਹੀਂ ਕੀਤਾ, ਮੈਂ ਤੁਹਾਨੂੰ ਪਤਾ ਹੈ ਇਸ ਤਰ੍ਹਾਂ ਦੀ ਹਰਕਤ ਕਦੇ ਵੀ ਨਹੀਂ ਕਰਦਾ। ਉਹ ਇੱਕ ਦੋਸਤ ਹੈ ਮੇਰਾ ਤੇ ਉਸ ਕੁੜੀ ਨੂੰ ਪਸੰਦ ਕਰਦਾ ਸੀ ਤੇ ਅੱਗੂ ਉਹਦੇ ਨਾਲ ਗੱਲਬਾਤ ਕਰਦਾ ਆ ਸਾਰੀ, ਤੇ ਉਸ ਕੁੜੀ ਨੂੰ ਜਿਹੜਾ ਇਹਨੇ ਬੁਲਾਇਆ ਆਪਣੇ ਕੋਲ। ਅੱਗੂ ਜਿਹੜਾ ਸਾਨੂੰ ਕਹਿੰਦਾ ਕਿ ਆਓ ਤੁਸੀਂ ਵੀ ਸਾਰੇ ਕਾਰ 'ਚ ਬੈਠੇ ਆ ਇਹਦੇ ਨਾਲ ਕਾਲਜ ਦੇ ਸਾਹਮਣੇ, ਤੇ ਅਸੀਂ ਜਿਉਂ ਹੀ ਬੈਠੇ ਆ ਤੇ ਕੁੜੀ ਜਿਹੜੀ ਆ ਆਪਣੀ ਰਜ਼ਾਮੰਦੀ ਨਾਲ ਇਹਦੇ ਨਾਲ ਬੈਠੀ ਸੀ ਤੇ ਬੜੀ ਖੁਸ਼ ਸੀ। ਉਹਦੇ ਚਿਹਰੇ ਤੇ ਜ਼ਰਾ ਮਾਸਾ ਵੀ ਪਰੇਸ਼ਾਨੀ ਨਹੀਂ ਸੀ ਹੈ। ਅੱਗੂ ਜਿਹੜਾ ਇਹਨੇ ਇੱਕ ਮਕਾਨ ਹੈ ਉੱਥੇ ਕੋਠੀ ਹੈ ਉਹ ਬਿਲਕੁਲ ਖਾਲੀ ਪਈ ਹੈ, ਉੱਥੇ ਉਹਨੇ ਕੁੜੀ ਨੂੰ ਲੈਂਦਾ। ਜਿਉਂ ਹੀ ਲਿਆਂਦਾ ਤੇ ਕੁੜੀ ਜਿਹੜੀ ਆ ਕੋਠੀ ਦੇ ਅੰਦਰ ਨਹੀਂ ਸੀ ਵੜਦੀ ਪਈ, ਕਿਉਂਕਿ ਅਸੀਂ ਸਾਂ 4 ਮੁੰਡੇ ਤੇ ਉਹ ਕੁੜੀ ਸੀ ਇਕੱਲੀ, ਤੇ ਉਹ ਕੁੜੀ ਅੰਦਰ ਨਹੀਂ ਸੀ ਆਉਂਦੀ ਪਈ। ਉਸ ਮੁੰਡੇ ਨੇ ਜ਼ਬਰਦਸਤੀ ਉਹਦੀ ਬਾਂਹ ਤੋਂ ਫੜ ਕੇ ਤੇ ਉਹਨੂੰ ਅੰਦਰ ਵਾੜ ਲਿਆ। ਜਿਸ ਵੇਲੇ ਉਹਨੂੰ ਅੰਦਰ ਵਾੜਿਆ ਤੇ ਅੱਗੂ ਜਿਹੜਾ ਮੈਂ ਘਬਰਾ ਗਿਆ। ਮੈਂ ਆਖਿਆ ਇਹਨੂੰ ਛੱਡ ਦੇ ਕੁੜੀ ਨੂੰ। ਉਹਨੇ ਆਖਿਆ ਮੈਂ ਨਹੀਂ ਛੱਡਣਾ। ਕਹਿੰਦਾ ਅੱਗੂ ਮੇਰੇ ਨਾਲ ਵੀ ਉਹਦੀ ਲੜਾਈ ਹੋਈ, ਲੇਕਿਨ ਉਹਨੇ ਆਖਿਆ ਕਿ ਗੱਲ ਸੁਣ ਤੂੰ ਵੀ ਹੁਣ ਜਿਹੜਾ ਕਾਲਜ ਦੇ ਕੈਮਰਿਆਂ ਵਿੱਚ ਆ ਗਏ, ਜੇ ਤੂੰ ਜਾ ਕੇ ਕੋਈ ਹਰਕਤ ਕੀਤੀ ਤੇ ਅਸਾਂ ਆਖਣਾ ਹੈ ਕਿ ਤੂੰ ਜਿਹੜਾ ਇਸ ਕੁੜੀ ਨੂੰ ਗਵਾਹ ਕੀਤੇ ਹੈ। ਕਹਿੰਦਾ ਉਹਨਾਂ ਇਸ ਤਰ੍ਹਾਂ ਡਰਾਇਆ, ਲੇਕਿਨ ਕਹਿੰਦਾ ਮੈਂ ਅੱਗੂ ਜਿਸ ਵੇਲੇ ਉੱਥੇ ਕਾਲਜ ਗਿਆ ਜਾ ਕੇ ਮੈਂ ਪ੍ਰਿੰਸੀਪਲ ਨਾਲ ਇਸ ਤਰ੍ਹਾਂ ਗੱਲ ਕੀਤੀ ਕਿ ਇਹ ਜਿਹੜੀ ਕੁੜੀ ਆ ਤੂੰ ਗਵਾਹ ਹੋਈ ਹੈ ਉਹ ਕੁੜੀ ਜਿਹੜੀ ਆ ਮੈਂ ਨਹੀਂ ਕੀਤੀ, ਮੇਰੇ ਦੋਸਤਾਂ ਨੇ ਕੀਤੀ ਹੈ। ਉਹਨਾਂ ਆਖਿਆ ਪ੍ਰਿੰਸੀਪਲ ਨੇ ਜਿਸ ਵੇਲੇ ਕੈਮਰੇ ਚੈੱਕ ਕੀਤੇ ਉਹਨਾਂ ਆਖਿਆ ਬੱਚੇ ਤੂੰ ਨਹੀਂ ਬਚ ਸਕਦਾ ਕਿਉਂਕਿ ਤੂੰ ਵੀ ਉਹਨਾਂ ਨਾਲ ਸ਼ਾਮਲ ਸੇ ਐ ਨਜ਼ਰ ਪਿਆ ਆਉਣੇ ਤੂੰ ਵਿੱਚ। ਕਹਿੰਦਾ ਮੈਂ ਫਿਰ ਉੱਥੋਂ ਨੱਸ ਕੇ ਤੇ ਸਿੱਧਾ ਘਰ ਆਇਆ। ਮੈਂ ਬਹੁਤ ਸੋਚਿਆ ਕਿ ਤੁਹਾਡੇ ਨਾਲ ਮੈਂ ਗੱਲ ਸ਼ੇਅਰ ਕਰਾਂ, ਲੇਕਿਨ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਨਹੀਂ ਕਰ ਸਕਿਆ। ਅੱਗੋਂ ਮੈਂ ਕਮਰੇ ਜਾ ਕੇ ਵੀ ਬੜੀ ਦੇਰ ਸੋਚਿਆ, ਲੇਕਿਨ ਮੈਨੂੰ ਕੋਈ ਸਮਝ ਨਹੀਂ ਆਈ। ਮੈਨੂੰ ਇਹ ਹੀ ਸਮਝ ਆਈ ਹੈ ਕਿ ਮੈਂ ਗੋਲੀਆਂ ਖਾ ਕੇ ਮਰ ਜਾ, ਕਿਉਂਕਿ ਮੇਰੇ ਕੋਲ ਹੋਰ ਕੋਈ ਹੱਲ ਨਹੀਂ। ਜੇ ਪੁਲਿਸ ਮੈਨੂੰ ਫੜ ਕੇ ਲੈ ਗਈ ਤੇ ਤੁਹਾਡੀ ਵੀ ਕੋਈ ਨਹੀਂ ਇੱਜ਼ਤ ਰਹਿਣੀ ਤੇ ਮੇਰੇ ਵਾਸਤੇ ਬੜਾ ਬੇਇੱਜ਼ਤੀ ਦਾ ਮੁਕਾਮ ਹੈ। ਉਹਨਾਂ ਆਖਿਆ ਬੇਟਾ ਇਹ ਤੂੰ ਕਿਹੜੀ ਬੇਵਕੂਫੀ ਕਰਨ ਲੱਗਾ। ਉਹਨਾਂ ਜਾ ਕੇ SHO ਨਾਲ ਗੱਲ ਕੀਤੀ ਕਿ SHO ਸਾਹਿਬ ਸਾਡਾ ਮੁੰਡਾ ਜਿਹੜਾ ਉਹ ਬੇਕਸੂਰ ਹੈ, ਉਹਦਾ ਕੋਈ ਕਸੂਰ ਵੀ ਨਹੀਂ ਹੈ। ਉਹਨਾਂ ਆਖਿਆ ਅਗਰ ਇਹਦਾ ਕਸੂਰ ਨਹੀਂ ਨਾ ਹੈ ਅਸੀਂ ਸਾਰੀਆਂ ਵੀਡੀਓ ਕਢਵਾਵਾਂਗੇ, ਅਗਰ ਕੁੜੀ ਬਰਾਮਦ ਹੋ ਗਈ ਤੇ ਫਿਰ ਅਸੀਂ ਜਿਹੜਾ ਇਹਨੂੰ ਛੱਡ ਦਿਆਂਗੇ। ਉਹਨਾਂ ਜਿਹੜੀ ਕੋਠੀ ਦੱਸੀ ਸੀ ਕਿ ਫਲਾਣੀ ਕੋਠੀ 'ਚੋਂ ਮੁੰਡਾ ਲੈ ਕੇ ਗਿਆ ਸੀ, ਉੱਥੇ ਵੀ ਅੱਗੇ ਪਿੱਛੇ ਕੈਮਰੇ ਲੱਗੇ ਸੀ। ਉਹ ਜਨਾਬ ਜਿਸੇ ਉਹਨਾਂ ਕੈਮਰੇ ਕਢਾਏ ਤੇ ਵਾਕਈ ਇਹ ਮੁੰਡਾ ਜਿਹੜਾ ਉੱਥੋਂ ਕੋਠੀ 'ਚੋਂ ਨਿਕਲ ਆਇਆ ਸੀ ਤੇ ਬਾਕੀ ਜਿਹੜੇ ਮੁੰਡੇ ਨੇ ਉਹ ਕੋਠੀ ਦੇ ਵਿੱਚ ਹੀ ਸੀ ਉੱਥੇ। ਉਹਨਾਂ ਜਨਾਬ ਜਿਸ ਵੇਲੇ ਉੱਥੇ ਰੇਟ ਮਾਰਿਆ ਤੇ ਕੁੜੀ ਜਿਹੜੀ ਆ ਉੱਥੇ ਹੀ ਜਿਹੜੀ ਆ ਬਰਾਮਦ ਹੋਈ ਇਹਨਾਂ ਕੋਲੋਂ। ਉਹਨਾਂ ਨੂੰ ਤੇ ਇਹ ਸੀ ਕਿ ਇਹ ਸਾਡੀ ਖਬਰ ਨਹੀਂ ਮਿਲਣੀ, ਉਸ ਕੋਠੀ 'ਚੋਂ ਉਹ ਨਹੀਂ ਸੀ ਨਿਕਲੇ। ਉਹ ਕੁੜੀ ਜਿਸ ਵੇਲੇ ਉੱਥੋਂ ਬਰਾਮਦ ਹੋਈ ਉਹਦੇ ਨਾਲ ਜਿਹੜਾ ਉਹ 3 ਮੁੰਡਿਆਂ ਨੇ ਬਹੁਤ ਜ਼ਿਆਦਾ ਜ਼ਿਆਦਤੀ ਕੀਤੀ ਸੀ। 2 ਦਿਨ ਹੋ ਗਏ ਸੀ ਲਗਾਤਾਰ ਉਹਦੇ ਨਾਲ ਜ਼ਿਆਦਤੀ ਕਰ ਰਹੇ ਸੀ। ਉਹ ਉਸ ਕੋਠੀ 'ਚੋਂ ਨਿਕਲੇ ਹੀ ਨਹੀਂ ਸੀ ਹੈ, ਲਗਾਤਾਰ ਉਸ ਕੁੜੀ ਨਾਲ ਜਿਹੜਾ ਜ਼ਿਆਦਤੀ ਕਰੀ ਜਾ ਰਹੇ ਸੀ। ਉਹ ਜਿਸ ਵੇਲੇ ਪੁਲਿਸ ਨੇ ਉਹਨਾਂ ਨੂੰ ਫੜ ਕੇ ਲਿਆਂਦਾ ਤੇ ਕੁੜੀ ਕੋਲੋਂ ਆ ਕੇ ਬਿਆਨ ਲਿਆ ਤੇ ਉਹ ਮੁੰਡੇ ਨੂੰ ਸਾਹਮਣੇ ਕੀਤਾ। ਕੁੜੀ ਨੇ ਆਖਿਆ ਕਿ ਨਹੀਂ ਇਹ ਜਿਹੜਾ ਮੁੰਡਾ ਇਹ ਮੈਨੂੰ ਬਚਾਉਣਾ ਚਾਹੁੰਦਾ ਸੀ, ਇਹਨੂੰ ਜਿਹੜਾ ਉੱਥੇ ਮਾਰਿਆ ਵੀ ਨੇ ਤੇ ਉੱਥੋਂ ਕੱਢ ਦਿੱਤਾ ਸੀ ਨੇ। ਉਹਨੇ ਪੁਲਿਸ ਨੇ ਆਖਿਆ ਸਹੀ ਹੈ ਇਹਨੂੰ ਛੱਡ ਦਿਓ। ਜਿਸ ਵੇਲੇ ਉਹਨੂੰ ਛੱਡੀ ਉਹਨੇ ਤੇ ਵਾਲਦ ਤੇ ਵਾਲਦਾ ਜਿਹੜਾ ਨਾ ਉਹ ਉਹਨੂੰ ਜਿਹੜਾ ਪਿਆਰ ਮੁਹੱਬਤ ਕਰਨ ਲੱਗ ਪਏ। ਉਹਨਾਂ ਆਖਿਆ ਪੁੱਤਰ ਤੂੰ ਕਿਉਂ ਖੁਦਕੁਸ਼ੀ ਕਰਨ ਲਗਾ ਸੇ, ਤੱਕ ਅੱਲਾ ਨੇ ਤੈਨੂੰ ਬਚਾ ਹੀ ਲਿਆ। ਉਹਨੇ ਆਖਿਆ ਅੰਮੀ ਮੈਂ ਡਰ ਗਿਆ ਸਾਂ ਕਿ ਮੈਂ ਜਿਹੜਾ ਕਿੱਥੇ ਫਸ ਗਿਆ। ਉਹਨਾਂ ਆਖਿਆ ਬੇਟਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਆਪਣੇ ਵਾਲਦੈਨ ਦਾ ਵੀ ਖਿਆਲ ਕਰਨਾ ਚਾਹੀਦਾ। ਕਈ ਵਾਰੀ ਬੁਰੀ ਸੋਬਤ ਜਿਹੜੀ ਹੈ ਨਾ ਤੁਹਾਨੂੰ ਇਸ ਤਰ੍ਹਾਂ ਫਸਾ ਵੀ ਦਿੰਦੀ ਹੈ, ਸਮਝ ਨਹੀਂ ਆਉਂਦੀ। ਉਹ ਕਹਿੰਦਾ ਜੀ ਮੁੰਡਾ ਹੀ ਇਤਨਾ ਪਿਆਰ ਕਰਦਾ ਸੀ ਉਸ ਕੁੜੀ ਨਾਲ, ਉਹਨੂੰ ਵੀ ਸਮਝ ਨਹੀਂ ਆਈ, ਉਹ ਬੇਵਕੂਫ ਜਿਹਾ ਜਿਹੜਾ ਉਹਨੂੰ ਗਵਾਹ ਕਰਕੇ ਉਹਨੇ ਲੈ ਆਂਦਾ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਬਾਕੀ ਇਹ ਹੈ ਕਿ ਬੁਰੇ ਦੋਸਤਾਂ ਤੋਂ ਬਚਣਾ ਚਾਹੀਦਾ। ਬਾਕੀ ਅਗਰ ਇਹ ਕਿ ਮੇਰੀ ਵੀਡੀਓ ਅੱਛੀ ਲੱਗੀ ਹੋਵੇ ਤਾਂ ਕੋਸ਼ਿਸ਼ ਕਰਿਆ ਕਰੋ ਯਾਰ, ਲਾਈਕ ਵੀ ਕਰਿਆ ਕਰੋ, ਕਮੈਂਟਸ ਵੀ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ ਹੈ। ਬਾਕੀ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ ਤੇ ਇਨਸ਼ਾਅੱਲਾ ਨੈਕਸਟ ਵੀਡੀਓ ਜ਼ਰੂਰ ਆਵੇਗੀ ਜਲਦੀ।